ਆਦ ਕੀਆਂ ਕਥਾ ਕਹਾਣੀਆਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਮੈਂ ਅੰਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਕਰੀਮਾ ਰਹੀਮਾ ਅੱਲਾਹ ਤੂੰ ਗਨੀ ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ। ਸਹਿਬ ਇਕਬਾਤ ਸਹਿਬ ਬਰਕਤ ਰੋਸ਼ਨ ਚਿਰਾਗ ਮੁਰਸ਼ਦ ਕਾਮਲ ਨੂਰੇ ਨਜ਼ਰ ਬਰਦੋ ਆਲਮ ਸ਼ਾਹ ਸ਼ਾਹ ਸ਼ਹਿਨशाह ਵਾਲੀ ਦੋ ਜਹਾਨ ਸਰਵਰੇ ਕਾਇਨਾਤ ਮੁਜੱਸਮਾਏ ਆਬੇ ਹਯਾਤ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਪਰਮ ਸਨਮਾਨਯੋਗ ਸਾਹਿਬ ਸੱਚੇ ਪਾਤਸ਼ਾਹ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਿਆਲਤਾ ਦਾ ਸਦਕਾ ਜੋ ਆਪਾਂ ਸਭਨਾਂ ਨੂੰ ਗੁਰੂ ਕੇ ਹਜ਼ੂਰ ਜੁੜਮਿਲ ਬੈਠ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਅਰਸ਼ੀ ਸੁਨੇਹੇ ਔਰ ਗੁਰ ਇਤਿਹਾਸ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਔਰ ਆਪਾਂ ਯਤਨ ਕਰਦੇ ਹਾਂ ਕਿ ਗੁਰਮਤ ਦੇ ਹਰ ਇੱਕ ਉਸ ਮੋਤੀ ਨੂੰ ਜੋ ਗੁਰਬਾਣੀ ਦੇ ਸਾਗਰ ਦੇ ਵਿੱਚੋਂ ਆਪਣੀ ਤੁਸ਼ ਬੁੱਧੀ ਦੇ ਅਨੁਸਾਰ ਕੱਢ ਕੇ ਆਪ ਸੰਗਤਾਂ ਦੇ ਸਨਮੁਖ ਰੱਖਣ ਦਾ ਯਤਨ ਕੀਤਾ ਜਾਏ। ਤੋ ਅੱਜ ਆਪਾਂ ਸਤਿਕਾਰਯੋਗ ਧੰਨ ਧੰਨ ਭਗਤ ਨਾਮਦੇਵ ਜੀ ਤਿੰਨਾਂ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੇ ਸੰਬੰਧ ਵਿੱਚ ਔਰ ਉਹਨਾਂ ਦਾ ਜੀਵਨ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਜੋ ਉਹਨਾਂ ਦੀ ਆਪਾਂ ਪਾਵਨ ਪਵਿੱਤਰ ਬਾਣੀ ਦੇ ਦਰਸ਼ਨ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਨਤਮਸਤਕ ਹੁੰਦੇ ਹਾਂ, ਤਾਂ ਇਹਨਾਂ ਪਾਵਨ ਬਚਨਾਂ ਦੀ ਆਪਾਂ ਸਾਂਝ ਕਰਾਂਗੇ। ਆਓ ਭਗਤ ਨਾਮਦੇਵ ਜੀ ਹੁਣਾਂ ਦੇ ਪਾਵਨ ਪਵਿੱਤਰ ਜਨਮ ਦਿਹਾੜੇ ਦੇ ਸੰਬੰਧ ਵਿੱਚ ਬਾਤ ਕਰਨ ਤੋਂ ਪਹਿਲਾਂ ਸਹਿਬੇ ਕਮਾਲ ਕਿਰਪਾਲੂ ਪਿਤਾ ਬਾਦਸ਼ਾਹ ਦਰਵੇਸ਼ ਪੁੱਤਰਾਂ ਦੇ ਦਾਨੀ ਅੰਮ੍ਰਿਤ ਕੇ ਦਾਤੇ ਕਾਦਰੇ ਹਰਕਾਰ ਬੇਕਸਾਰਾਂ ਯਾਰ ਹਕਰਾ ਗੰਜੂਰ ਜੁਮਲਾ ਫੈਜ਼ੇ ਨੂਰ ਬਾਜਾਂ ਵਾਲੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਦੋਵੇਂ ਹੱਥ ਜੋੜ ਬਾਅਦਬ ਸੀਸ ਝੁਕਾਉਂਦਿਆਂ ਹੋਇਆਂ ਬੁਲੰਦ ਆਵਾਜ਼ ਦੇ ਵਿੱਚ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਨਾਮਦੇਵ ਜੀ ਜਿਨ੍ਹਾਂ ਦੇ ਅਸੀਂ ਜਦੋਂ ਜੀਵਨ ਦੀ ਗੱਲ ਕਰਾਂਗੇ ਤਾਂ ਉਹ 12ਵੀਂ ਤੋਂ 13ਵੀਂ ਸਦੀ ਦੇ ਵਿੱਚ ਉਹਨਾਂ ਦਾ ਇਸ ਧਰਤ ਦੇ ਉੱਤੇ ਇਸ ਜਗਤ ਦੇ ਉੱਤੇ ਸੰਸਾਰ ਦੇ ਉੱਤੇ ਸਰੀਰਕ ਰੂਪ ਦੇ ਵਿੱਚ ਅਵਤਰਨ ਹੁੰਦਾ ਆ, ਜਨਮ ਹੁੰਦਾ ਹੈ। ਪਿਤਾ ਜੀ ਹੁਣਾਂ ਦਾ ਨਾਮ ਦਮ ਸ਼ੇਟੀ ਹੈ, ਮਾਤਾ ਦਾ ਨਾਮ ਗੋਨਾਬਾਈ ਹੈ। ਔਰ ਮਹਾਰਾਸ਼ਟਰ ਦੀ ਧਰਤੀ 'ਤੇ ਉਹ ਥਾਂ ਜਿਸ ਨੂੰ ਕਦੇ ਨਰਸੀ ਬਾਹਮਣੀ ਆਖਿਆ ਜਾਂਦਾ ਸੀ, ਅੱਜ ਕੱਲ੍ਹ ਅਸੀਂ ਦੀਦਾਰ ਕਰਦੇ ਹਾਂ ਤਾਂ ਉਹਨੂੰ ਨਰਸੀ ਨਾਮਦੇਵ ਆਖਿਆ ਜਾਂਦਾ। ਬਹੁਤ ਸਾਰੀਆਂ ਸੰਗਤਾਂ ਜਦੋਂ ਹਜ਼ੂਰ ਸਾਹਿਬ ਸੱਚਖੰਡ ਹਜ਼ੂਰ ਸਾਹਿਬ ਦੀ ਧਰਤੀ 'ਤੇ ਨਾਂਦੇੜ ਦੀ ਧਰਤੀ 'ਤੇ ਉਸ
ਜੋ ਸਾਡੇ 5 ਤਖਤਾਂ ਦੇ ਵਿੱਚੋਂ ਇੱਕ ਤਖਤ ਹੈ, ਉਸ ਪਾਵਨ ਅਸਥਾਨ ਦੇ ਦੀਦਾਰ ਕਰਨ ਵਾਸਤੇ ਸੰਗਤਾਂ ਜਾਂਦੀਆਂ ਨੇ, ਤਾਂ ਬਹੁਤ ਸਾਰੇ ਗੁਰਮੁਖ ਪਿਆਰੇ ਜੋ ਭਗਤ ਨਾਮਦੇਵ ਜੀ ਹੁਣਾਂ ਦੇ ਵੀ ਉਸ ਪਾਵਨ ਅਸਥਾਨ ਦੇ ਦੀਦਾਰ ਕਰਦੇ ਆ, ਦਰਸ਼ਨ ਕਰਦੇ। ਔਰ ਅਸੀਂ ਜਦੋਂ ਭਗਤ ਨਾਮਦੇਵ ਜੀ ਹੁਣਾਂ ਦੇ ਜੀਵਨ ਦੀ ਗੱਲ ਕਰਾਂਗੇ ਤਾਂ ਕਿਉਂਕਿ ਉਹ ਮਹਾਰਾਸ਼ਟਰ ਦਾ ਇਲਾਕਾ ਹੈ ਜਿੱਥੇ ਮਰਾਠੀ ਭਾਸ਼ਾ ਨੂੰ ਬੋਲਿਆ ਜਾਂਦਾ ਹੈ, ਵਰਤਿਆ ਜਾਂਦਾ ਹੈ, ਉੱਥੋਂ ਦੀ ਜੋ ਸਥਾਨਕ ਭਾਸ਼ਾ ਹੈ। ਔਰ ਭਗਤ ਨਾਮਦੇਵ ਜੀ ਹੁਣਾਂ ਦੀ ਬਾਣੀ ਦੇ ਅੰਦਰ ਮਰਾਠੀ ਭਾਸ਼ਾ ਦੇ ਆਪ ਜੀ ਨੂੰ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹਨਾਂ ਦਾ ਭੰਡਾਰ ਮਿਲੇਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿਉਂਕਿ ਜਦੋਂ ਭਗਤ ਨਾਮਦੇਵ ਜੀ ਹੁਣਾਂ ਦੀ ਬਾਣੀ ਦੀ ਗੱਲ ਕਰਾਂਗੇ ਤਾਂ 61 ਸ਼ਬਦ ਨੇ, 61, 60 ਤੇ 1 61, 61 ਸ਼ਬਦ ਨੇ ਭਗਤ ਨਾਮਦੇਵ ਜੀ ਦੇ, ਜਿਨ੍ਹਾਂ ਨੂੰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪਾਦਨ ਕੀਤਾ ਤਾਂ 18 ਰਾਗਾਂ ਦੇ ਵਿੱਚ ਵੱਖ-ਵੱਖ ਥਾਂ ਤੇ ਉਹਨਾਂ ਸ਼ਬਦਾਂ ਨੂੰ ਦਰਜ ਕੀਤਾ। ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਉਹਨਾਂ 18 ਰਾਗਾਂ ਦੇ ਵਿੱਚ ਭਗਤ ਜੀ ਹੁਣਾਂ ਦੇ 61 ਸ਼ਬਦਾਂ ਦੇ ਦਰਸ਼ਨ ਕਰਦੇ ਹਾਂ, ਉੱਥੇ ਨਾਲ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਦੀ ਵਾਰਾਂ ਦੇ ਵਿੱਚ ਉਹਨਾਂ ਦਾ ਜ਼ਿਕਰ ਸਾਨੂੰ ਪ੍ਰਾਪਤ ਹੁੰਦਾ ਆ। ਫਿਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਆਪਣੀ ਬਾਣੀ ਵਿੱਚ ਬਚਨ ਦਰਜ ਕਰਦੇ ਆ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੁਣਾਂ ਦੀ ਪਾਵਨ ਬਾਣੀ ਅੰਦਰ ਉਹਨਾਂ ਦੇ ਨਾਮ ਦਾ ਜ਼ਿਕਰ ਆ। ਔਰ ਭਗਤ ਸਾਹਿਬਾਨ ਭਗਤ ਕਬੀਰ ਜੀ ਆਪਣੀ ਬਾਣੀ ਦੇ ਅੰਦਰ, ਭਗਤ ਰਵਿਦਾਸ ਜੀ, ਇਹਨਾਂ ਸਾਰੇ ਭਗਤਾਂ ਦਾ ਆਪਸ ਵਿੱਚ ਜਿਹੜਾ ਉਹ ਜ਼ਿਕਰ ਕਰਦੇ ਆ, ਉਹਨਾਂ ਦੀ ਅਵਸਥਾ ਦਾ, ਉਹਨਾਂ ਦੀ ਵਡਿਆਈ ਦਾ, ਉਹਨਾਂ ਦੀ ਸ਼ੋਭਾ ਦਾ। ਤੋ ਜਦੋਂ 1270 ਈਸਵੀ ਸਨ ਦੇ ਵਿੱਚ ਭਗਤ ਨਾਮਦੇਵ ਜੀ ਹੁਣਾਂ ਦਾ ਪਿਤਾ ਦਾਮ ਛੇਟੀ, ਮਾਤਾ ਗੋਨਾਬਾਈ ਦੇ ਗ੍ਰਹਿ ਵਿਖੇ ਜਨਮ ਹੋਇਆ, ਤੋ ਪਰਿਵਾਰਕ ਜਿਹੜਾ ਉਹਨਾਂ ਦਾ ਪਿਛੋਕੜ ਆ, ਅੱਜ ਵੀ ਉਹ ਆਪਾਂ ਉੱਥੇ ਦਿਵਾਲਿਆ ਕਲੇਸ਼ਵਰ ਦਾ ਜੋ ਸ਼ਿਵ ਦਾ ਮੰਦਿਰ ਉੱਥੇ ਦੇਖਦੇ ਹਾਂ। ਨਰਸੀ ਜੋ ਪਹਿਲਾਂ ਬਾਹਮਣੀ, ਅੱਜ ਨਰਸੀ ਨਾਮਦੇਵ ਹੈ। ਤਾਂ ਉਹ ਉੱਥੇ ਜਾਂਦੇ, ਮੰਨਦੇ, ਐਸਾ ਕੁਝ ਕਰਦੇ ਜੋ ਉਹਨਾਂ ਦਾ ਪਰਿਵਾਰਕ ਪਿਛੋਕੜ ਹੈ, ਜੋ ਉਹਨਾਂ ਨੂੰ ਵਿਰਾਸਤ ਵਿੱਚ ਮਿਲਿਆ। ਕਿਉਂਕਿ ਕੁਝ ਚੀਜ਼ਾਂ ਨੇ ਜੋ ਸਾਨੂੰ ਸਾਡੇ ਵੱਡਿਆਂ ਤੋਂ ਮਿਲਦੀਆਂ ਹੈ। ਔਰ ਜਦੋਂ ਉਹਨਾਂ ਨੇ ਮਨ ਦੇ ਵਿੱਚ ਕਿਉਂਕਿ ਭਗਤੀ ਭਾਵ ਸੀ ਮਾਲਕ ਦੀ ਅਰਾਧਨਾ ਦਾ, ਔਰ ਇਹ ਭਗਤ ਰਾਮਾਨੰਦ ਜੀ ਹੁਣਾਂ ਤੋਂ ਅੱਗੇ ਲੱਗੇ ਹੋਏ ਐਸੇ ਬੂਟੇ ਨੇ ਜਿਨ੍ਹਾਂ ਦੇ ਜੀਵਨ ਦੀ ਖੇਡ ਵਿੱਚ ਫਿਰ ਸਾਨੂੰ ਭਗਤੀ ਲਹਿਰ ਵਿੱਚ ਉਹ ਸਭ ਕੁਝ ਦਿਖਾਈ ਦਿੰਦਾ। ਔਰ ਉਹਨਾਂ ਨੇ ਪਰਮੇਸ਼ਰ ਦੀ ਅਰਾਧਨਾ ਕੀਤੀ, ਉਹਦੇ ਨਾਲ ਕ੍ਰਾਂਤੀਕਾਰੀ ਵਿਚਾਰ ਜਿਹੜੇ ਆ ਉਹ ਵੀ ਬਖਸ਼ੇ। ਸਮਾਜ ਦੇ ਵਿੱਚ ਆਈਆਂ ਗਿਰਾਵਟਾਂ, ਬੁਰਾਈਆਂ, ਉਹਨਾਂ ਸਭ ਦਾ ਜ਼ਿਕਰ ਕੀਤਾ। ਤੋ ਭਗਤ ਨਾਮਦੇਵ ਜੀ ਹੋਣੀ ਪਹਿਲਾਂ ਤੇ ਸਭ ਨਾਲੋਂ ਸਰਵਪ੍ਰਥਮ ਆਪਣੇ ਨਾਲ ਹੋਈ ਹੱਡ ਬੀਤੀ ਦਾ ਜ਼ਿਕਰ ਕਰਦੇ। ਜਿਵੇਂ ਆਪਾਂ ਗੁਰੂ ਘਰ ਵਿਖੇ ਜਾਂਦੇ ਹਾਂ, ਸਾਨੂੰ ਪਤਾ ਲੱਗੇ ਵੀ ਅੱਜ ਇਹ ਕੀਰਤਨੀਏ ਆਏ ਨੇ, ਜਾਂ ਅੱਜ ਇਹ ਕੋਈ ਵਿਚਾਰਵਾਨ ਵਿਦਵਾਨ ਸੱਜਣ ਕਥਾਵਾਚਕ ਜਾਂ ਕੋਈ ਰੱਬ ਦੀ ਗੱਲ ਸੁਣਾਉਣ ਵਾਲਾ, ਕੋਈ ਰੱਬ ਦਾ ਪਿਆਰਾ ਹੈ, ਅੱਜ ਆ ਦਿਹਾੜਾ ਹੈ ਤੇ ਉੱਥੇ ਸਤ ਸੰਗਤ ਹੋਣੀ, ਇੰਨੇ ਤੋਂ ਇੰਨੇ ਆ ਟਾਈਮਿੰਗ ਹੈ। ਤੋ ਬੰਦਾ ਘਰੋਂ ਤਿਆਰ ਹੋ ਕੇ ਉਤਸ਼ਾਹ ਨਾਲ ਜਦੋਂ ਜਾਂਦਾ ਆ ਤਾਂ ਭਗਤ ਨਾਮਦੇਵ ਜੀ ਤਾਂ ਇੱਥੋਂ ਤੱਕ ਹੈ ਕਿ ਹੱਥ ਵਿੱਚ ਛੈਣੇ ਇਤਿਆਦਿਕ ਵੀ ਪਕੜੇ ਹੋਏ ਆ, ਤੇ ਉਹ ਬੜੇ ਚਾਅ ਦੇ ਨਾਲ, ਬੜੇ ਉਮਾਹ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਦਿਵਾਲਿਆ ਦੇ ਵਿੱਚ ਜਾਂਦੇ ਆ ਕਿ ਅੱਜ ਉੱਥੇ ਰੱਬ ਦੇ ਘਰ ਦੀ ਗੱਲ ਹੋਣੀ ਆ, ਪਰਮੇਸ਼ਰ ਦੇ ਘਰ ਦੀ ਗੱਲ ਹੋਣੀ, ਤੇ ਮੈਂ ਬਹਿ ਕੇ ਸੁਣਾਂਗਾ। ਕੀਰਤੀ ਹੋਏਗੀ, ਨਾਲ ਕੀਰਤੀ ਕਰਾਂਗੇ, ਮਾਲਕ ਦੀ ਵਡਿਆਈ ਵਿੱਚ ਜੁੜਾਂਗੇ। ਪਰ ਹੁਣ ਉਹਨਾਂ ਨੂੰ ਤੁਸੀਂ ਜਿਵੇਂ ਤਿਆਰ ਹੋ ਕੇ ਆ ਕੇ ਬੈਠੇ ਹੋ, ਚੌਂਕੜਾ ਮਾਰ ਕੇ ਆਨੰਦ ਮੰਗਲ ਵਿੱਚ ਸੁਣ ਰਹੇ ਹੋ, ਮਗਨ ਹੋ, ਪਰ ਕੁਝ ਅਚਾਨਕ ਰੌਲਾ ਪਵੇ ਤੇ 2-4 ਲੋਕ ਤੁਹਾਨੂੰ ਬਾਹਾਂ ਤੋਂ ਪਕੜ ਕੇ ਉਠਾ ਕੇ ਖਿੱਚ ਕੇ ਬਾਹਰ ਕੱਢ ਦੇਣ, ਇੱਥੋਂ ਤੱਕ ਕਿ ਲੱਤ ਠੁੱਡਾ ਤੱਕ ਵੀ ਮਾਰਿਆ ਜਾਏ, ਤਾਂ ਆਪ ਜੀ ਸੋਚੋ ਵੀ ਬੰਦਾ ਕਿਹੋ ਜਿਹਾ ਮਹਿਸੂਸ ਕਰੇਗਾ। ਭਗਤ ਨਾਮਦੇਵ ਜੀ ਹੋਣਾ ਨੇ ਇਹਨਾਂ ਚੀਜ਼ਾਂ ਨੂੰ ਛੁਪਾਇਆ ਨਹੀਂ। ਉਹ ਕਹਿੰਦੇ ਮੇਰੇ ਨਾਲ ਐਸਾ ਕੁਝ ਹੋਇਆ, ਤੇ ਆਪਾਂ ਉਹ ਸ਼ਬਦ ਪੜ੍ਹਦੇ ਹਾਂ ਉਹਨਾਂ ਦੀ ਮੁਬਾਰਕ ਰਸਨਾ ਤੋਂ ਹੀ ਵਰਤਿਆ ਹੋਇਆ।
ਉਹ ਕਹਿੰਦੇ ਹਸਤ ਖੇਲਤ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾ, ਭਗਤੀ ਕਰਦੇ ਨੂੰ ਵੀ ਮੈਂ ਕੀ ਕਰ ਰਿਹਾ ਸਾਂ, ਉਸ ਵਕਤ ਭਗਤੀ ਕਰ ਰਿਹਾ ਸਾਂ, ਰੱਬ ਰੱਬ ਕਰ ਰਿਹਾ ਸਾਂ। ਭਗਤ ਕਰਤ ਨਾਮਾ ਪਕਰ ਉਠਾਇਆ, ਫੜ ਕੇ ਉਠਾ ਦਿੱਤਾ, ਔਰ ਨਾਲ ਮੈਨੂੰ ਤਾਨੇ ਮਾਰੇ ਗਏ। ਮੈਂ ਜਦੋਂ ਆਖਿਆ ਕਿ ਮੇਰਾ ਕਸੂਰ ਕੀ ਹੈ, ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਜਾ ਰਿਹਾ, ਬਾਕੀ ਵੀ ਤਾਂ ਬੈਠੇ ਨੇ। ਉਹ ਕਹਿੰਦੇ ਤੇਰਾ ਕਸੂਰ ਕੇਵਲ ਇੰਨਾ ਹੈ ਕਿ ਤੂੰ ਨੀਚ ਜਾਤ ਦੇ ਵਿੱਚ ਪੈਦਾ ਹੋਇਆ ਹੈ, ਤੂੰ ਨੀਵੇਂ ਵਰਨ ਦੇ ਵਿੱਚ ਆਇਆ, ਤੂੰ ਸ਼ੂਦਰਾਂ ਦੇ ਘਰ ਵਿੱਚ ਆਇਆ, ਤੂੰ ਛਿੰਬਿਆਂ ਦੀ ਜਾਤ ਵਿੱਚ ਹੈ। ਜੇ ਭਗਤੀ ਕਰਨੀ ਸੀ ਤੇ ਕਿਸੇ ਉੱਚੀ ਜਾਤ ਵਿੱਚ, ਉੱਚੀ ਕੁੱਲ ਵਿੱਚ ਜਨਮ ਲੈਣੋ। ਔਰ ਉੱਥੇ ਉਹਨਾਂ ਨੇ ਸ਼ਬਦ ਵਰਤਿਆ, ਕਹਿੰਦੇ ਹੀਨੜੀ ਜਾਤ ਮੇਰੀ ਜਾਤ ਮਰਾਇਆ, ਛੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕੰਬਲੀ ਚੱਲਿਓ ਪਲਟਾਏ, ਦੇਹੁਰੇ ਪਾਛੇ ਬੈਠਾ ਜਾਏ। ਹੁਣ ਉਹ ਦੇਹੁਰਾ ਉਸ ਮੰਦਰ ਦੇ ਦਿਵਾਲਿਆ ਦੇ ਮਗਰ ਬੈਠ ਕੇ ਜਾ ਕੇ, ਔਰ ਉਸ ਮਾਲਕ ਨੂੰ ਉਹ ਬੇਨਤੀ ਕਰ ਰਹੇ ਆ, ਕਿਸੇ ਮਨੁੱਖ ਦੀ ਸਿਫਾਰਿਸ਼ ਨਹੀਂ ਪਵਾਈ ਉਹਨਾਂ ਨੇ, ਉਸ ਮਾਲਕ ਨੂੰ ਕਹਿ ਰਹੇ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਕਹਿੰਦੇ ਉਸ ਮਾਲਕ ਨੂੰ ਹਟਕੋਰੇ ਲੈ ਲੈ ਕੇ ਆਖਿਆ ਵੀ ਆ ਵੇਖ, ਮੈਂ ਤਾਂ ਤੇਰੀ ਆਰਾਧਨਾ ਵਾਸਤੇ, ਤੇਰੀ ਇਬਾਦਤ ਦੀ ਗੱਲ ਸੁਣਨ ਆਇਆ ਸਾਂ, ਪਰ ਇਹਨਾਂ ਲੋਕਾਂ ਨੇ ਕੀ ਕੀਤਾ। ਔਰ ਉਹ ਫਿਰ ਜੋ ਵਰਤਿਆ ਉਹ ਵੀ ਉਹਨਾਂ ਨੇ ਲਿਖਿਆ। ਕਹਿੰਦੇ ਮਾਲਕ ਜੀ, ਇਹ ਜਿਹੜੇ ਲੋਕ ਉੱਚੀ ਕੁੱਲ ਦੇ ਨੇ, ਇਹ ਪੰਡਿਆ ਮੋਕੋ ਢੇਡ ਕਹਿਤ, ਤੇਰੀ ਪੈਜ ਪਛੌਂਡੀ ਹੋਏ ਲਾ। ਕਹਿੰਦੇ ਫੇਰ ਦਿਆ ਦੇਹੁਰਾ ਨਾਮੇ ਕੋ ਪੰਡੀਅਨ ਕੋ ਪਿਛਵਾਰ ਲਾ। ਔਰ ਉਹ ਦੇਹੁਰਾ ਭਵਾਂ ਦਿੱਤਾ, ਤੇ ਜਿਹੜੇ ਪੰਡੀਏ ਸਨ, ਜਿਹੜੇ ਲੋਕਾਂ ਨੂੰ ਜਾਤ ਦਾ ਅਭਿਮਾਨ ਹਉਮੈ ਸੀ, ਉਹਨਾਂ ਵੱਲ ਪਿੱਠ ਹੋ ਗਈ ਤੇ ਨਾਮਦੇਵ ਜੀ ਵੱਲ ਮੁੱਖ ਹੋ ਗਿਆ। ਅੱਜ ਵੀ ਹਿੰਦੁਸਤਾਨ ਦੀ ਧਰਤੀ ਤੇ 12 ਐਸੇ ਜਿਹੜੇ ਨੇ ਉਹ ਮੰਦਰ ਨੇ, ਸ਼ਿਵਲਿੰਗ ਨੇ, ਜਿਸ ਢੰਗ ਨਾਲ ਜੋ ਸ਼ਿਵ ਜੀ ਦੇ ਉਹਨਾਂ ਨੂੰ ਬਣਾਇਆ ਗਿਆ ਹੈ, ਬਣਿਆ। ਉਹਨਾਂ ਵਿੱਚੋਂ 11 ਦਾ ਮੂੰਹ ਤੁਹਾਨੂੰ ਚੜ੍ਹਦੇ ਵਾਲੇ ਪਾਸੇ ਮਿਲੇਗਾ, ਲੇਕਿਨ ਇੱਕ ਹੈ ਜਿਹਦਾ ਮੂੰਹ ਤੁਹਾਨੂੰ ਲਹਿੰਦੇ ਵਾਲੇ ਪਾਸੇ ਮਿਲੇਗਾ, ਉਹ ਜਿੱਥੇ ਭਗਤ ਨਾਮਦੇਵ ਜੀ ਬੈਠੇ। ਤਾਂ ਇਹ ਜਿਹੜੇ ਬਚਨ ਹੋਏ, ਹੁਣ ਇਹ ਸਾਡੇ ਸਾਹਮਣੇ, ਇਹਨਾਂ ਨੂੰ ਫਿਰ ਕੋਟ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ। ਸਤਿਗੁਰਾਂ ਨੇ ਉਹ ਜਦੋਂ ਵਿਥਿਆ ਲਿਖੀ ਤੇ ਵੇਖੋ, ਮਾਲਕ ਨੇ ਆਖਿਆ ਵੀ ਤੈਨੂੰ ਮੰਦਰ ਵਿੱਚੋਂ ਧੱਕੇ ਮਾਰ ਕੇ ਕੱਢਿਆ ਗਿਆ, ਪਰ ਮੈਂ ਤੈਨੂੰ ਇਹੋ ਜਿਹੇ ਹਰੀ ਮੰਦਰ ਵਿੱਚ ਥਾਂ ਦਿਆਂਗਾ ਜਿੱਥੇ ਕੇਵਲ ਬੈਠਣ ਵਾਸਤੇ ਹੀ ਨਹੀਂ, ਤੈਨੂੰ ਬੋਲਣ ਦਾ ਵੀ ਹੱਕ ਹੋਏਗਾ। ਤੂੰ ਬੋਲੇਗਾ ਵੀ, ਔਰ ਜਦੋਂ ਤੂੰ ਬੋਲੇਗਾ, ਲੋਕ ਹੱਥ ਜੋੜ ਕੇ ਸੀਸ ਨਵਾ ਕੇ ਤੈਨੂੰ ਸੁਣਨਗੇ ਤੇ ਤੇਰੇ ਤੋਂ ਕੁਰਬਾਨ ਜਾਣਗੇ, ਤੇਰੇ ਤੋਂ ਬਲਿਹਾਰ ਜਾਣਗੇ। ਔਰ ਅੱਜ ਜਦੋਂ ਤੁਸੀਂ ਦਰਬਾਰ ਸਾਹਿਬ ਤੋਂ ਕੀਰਤਨ ਸਰਵਣ ਕਰਦੇ ਹੋ, ਕੋਈ ਦਿਹਾੜਾ ਹੋਵੇ, ਕੋਈ ਦਿਨ ਹੋਵੇ, ਕੋਈ ਗੁਰਪੁਰਬ ਹੋਵੇ, ਕੋਈ ਵੀ ਦਿਨ ਹੋਵੇ, 2 ਵਾਰ ਤਾਂ ਪੱਕਾ ਹੈ, ਕੰਪਲਸਰੀ ਹੈ ਕਿ ਭਗਤ ਨਾਮਦੇਵ ਜੀ ਦਾ ਨਾਮ ਜਿਹੜਾ ਹੈ ਉਹ ਦਰਬਾਰ ਸਾਹਿਬ ਤੋਂ ਲਿਆ ਜਾਂਦਾ। ਇੱਕ ਵਾਰ ਸਵੇਰੇ ਜਦੋਂ ਆਸਾ ਕੀ ਵਾਰ ਦੀ 24 ਨੰਬਰ ਪੌੜੀ ਪੜ੍ਹੀ ਜਾਂਦੀ, ਉਹਦੇ ਨਾਲ ਜਿਹੜਾ ਸ਼ੰਤ ਪੜ੍ਹਿਆ ਜਾਂਦਾ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਤੇ ਫਿਰ ਜਦੋਂ ਸ਼ਾਮਾਂ ਦਾ ਵੇਲਾ ਹੁੰਦਾ ਹੈ, ਜਿਹਨੂੰ ਅਸੀਂ ਸੋਦਰ ਦੀ ਚੌਂਕੀ ਕਹਿੰਦੇ ਆ, ਉਸ ਵਕਤ ਵੀ ਗੁਰੂ ਕੇ ਕੀਰਤਨੀਏ ਇੱਥੋਂ ਹੀ ਸ਼ੁਰੂਆਤ ਕਰਦੇ ਆ ਸ਼ਾਮਾਂ ਨੂੰ। ਫੇਰ ਹਰ ਜੁਗ ਜੁਗ ਭਗਤੂ ਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਫਿਰ ਆਖਿਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਤਾਂ ਉੱਥੇ ਬੈਠ ਕੇ ਭਗਤ ਨਾਮਦੇਵ ਜੀ ਬੋਲਦੇ ਵੀ ਆ, ਉਹ ਬਚਨ ਕਰਦੇ ਆ ਔਰ ਸੰਗਤ ਸੁਣਦੀ ਹੈ। ਫਿਰ ਕਈ ਵਾਰ ਆਪਾਂ ਮੁੱਖ ਵਾਕ ਦੇ ਰੂਪ ਦੇ ਵਿੱਚ ਇਹ ਸ਼ਬਦ ਸੁਣਦੇ ਹਾਂ
ਪਹਿਲ ਪੁਰੀਏ ਪੁੰਡਰਕ ਵੰਨਾ ਤਾਂਚੇ ਹੰਸਾ ਸਗਲੇ ਜੰਨਾ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ ਅਸਗਾ ਸੁਸਗਾ ਹਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਅਖੀਰ ਤੇ ਜਾ ਕੇ ਕਹਿੰਦੇ ਆ ਤੂੰ ਕੁਨ ਰੇ। ਕਹਿੰਦੇ ਮਾਲਕ ਦਾ ਦਰਵਾਜ਼ਾ ਖਟਖਟਾਇਆ ਤੇ ਮਾਲਕ ਪੁੱਛਦਾ ਤੂੰ ਕੌਣ ਹੈ? ਤੂੰ ਕੁਨ ਰੇ, ਕੌਣ ਹੈ ਭਾਈ? ਮੈਂ ਜੀ। ਮੈਨੂੰ ਪੁੱਛਦੇ ਹੋ, ਮੈਨੂੰ ਕਹਿ ਰਹੇ ਹੋ? ਤਾਂ ਮਾਲਕ ਅੱਗੋਂ ਆਵਾਜ਼ ਪਹਿਚਾਣ ਕੇ ਆਪ ਹੀ ਕਹਿੰਦੇ ਨਾਮਾ। ਕਹਿੰਦੇ ਤੂੰ ਨਾਮਦੇਵ ਹੈ? ਤੇ ਅੱਗੋਂ ਕਹਿੰਦੇ ਹੋ ਜੀ, ਹਾਂ ਜੀ ਮੈਂ ਨਾਮਦੇਵ ਹੀ ਹਾਂ। ਹੋ ਜੀ ਮੈਂ ਨਾਮਦੇਵ ਹੀ ਹਾਂ। ਆਲਾ ਤੇ ਨਿਵਾਰਣਾ ਜਮ ਕਾਰਨਾ, ਭਵ ਸਾਗਰ ਤੋਂ ਪਾਰ ਕਰਨ ਵਾਲਿਆ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਔਰ ਅਸੀਂ ਸੀਸ ਨਿਵਾਉਂਦੇ ਹਾਂ। ਮਾਲਕ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ। ਔਰ ਜਦੋਂ ਅਸੀਂ ਉਹਨਾਂ 61 ਸ਼ਬਦਾਂ ਦੇ ਦਰਸ਼ਨ ਕਰਦੇ ਹਾਂ ਉਹਦੇ ਵਿੱਚ ਇੱਕ ਬਾਤ ਤੇ ਸਪਸ਼ਟ ਹੋ ਗਈ ਬੜਿਆਂ ਲੋਕਾਂ ਨੇ, ਕਿਉਂਕਿ ਉਹਨਾਂ ਦੀ ਗੁਰਬਾਣੀ ਵਿੱਚ ਵਿਠੁਲ ਸ਼ਬਦ ਆਇਆ ਤੇ ਉਹਦਾ ਅਰਥ ਹੁੰਦਾ ਹੈ ਕਿ ਕੋਈ ਇੱਟ ਨੂੰ ਜਦੋਂ ਨਾ, ਇੱਟ ਜਿਹੜੀ ਆ ਉਹਨੂੰ ਵਿਠੁਲ ਕਹਿੰਦੇ ਮਰਾਠੀ ਵਿੱਚ ਵੀ, ਉਹਦਾ ਥੱਲੇ ਰੱਖ ਕੇ ਉਹਦੇ ਉੱਤੇ ਆਸਣ ਲਾ ਕੇ ਬਹਿ ਜਾਣਾ। ਲੇਕਿਨ ਜਦੋਂ ਭਗਤ ਨਾਮਦੇਵ ਜੀ ਹੋਣਾ ਦੇ ਆਪ ਜੀ ਬਚਨ ਪੜ੍ਹੋਗੇ ਤਾਂ ਸਾਨੂੰ ਇਹ ਵੀ ਕਲੀਅਰ ਹੋ ਜਾਂਦਾ ਹੈ ਕਿ ਉਹ ਕਿਸ ਰੱਬ ਨੂੰ ਮੰਨਦੇ ਸਨ। ਕੀ ਉਹਨਾਂ ਦਾ ਕਿਸੇ ਮੂਰਤੀ ਵਿੱਚ ਵਿਸ਼ਵਾਸ ਸੀ? ਕੀ ਉਹ ਕਿਸੇ ਸਰੀਰ ਨੂੰ ਮੰਨਣ ਵਾਲੇ ਸਨ? ਕਿ ਜਾਂ ਉਹਨਾਂ ਦਾ ਰੱਬ ਕੈਸਾ ਸੀ? ਔਰ ਇਹ ਵੀ ਇੱਕ ਖਿਆਲ ਜ਼ਰੂਰ ਹੁੰਦਾ ਆ, ਅਕਸਰ ਇਹ ਸ਼ਬਦ ਵਰਤਿਆ ਜਾਂਦਾ ਕਿ ਭਗਤ ਨਾਮਦੇਵ ਜੀ ਹੁਣਾਂ ਨੂੰ 72 ਵਾਰ ਪਰਮੇਸ਼ਰ ਜੀ ਦੇ ਦਰਸ਼ਨ ਹੋਏ। ਪਰ ਜੇ ਤੁਸੀਂ ਉਹਨਾਂ ਦੀ ਬਾਣੀ ਪੜ੍ਹੋ ਨਾ, ਉਹ ਤਾਂ ਹਰ ਵਕਤ ਹੀ ਉਹਦਾ ਦੀਦਾਰ ਕਰ ਰਹੇ। ਜਿੱਧਰ ਵੇਖਦੇ ਹੋ ਕਹਿੰਦੇ ਮੈਨੂੰ ਤੇਰੇ ਤੋਂ ਬਗੈਰ ਦੀਦਾ ਹੀ ਕੋਈ ਨਹੀਂ। ਪਰਮੇਸ਼ਰ ਕੋਈ ਸਰੀਰ ਨਹੀਂ ਹੈ। ਉਹਨਾਂ ਨੇ ਹਰ ਘਟ ਵਿੱਚ ਵਸਦਾ ਉਸ ਨੂੰ ਵੇਖਿਆ। ਤਾਂ ਕਰਕੇ ਜਦੋਂ ਉਹਨਾਂ ਦੀ ਬਾਣੀ ਪੜ੍ਹੋਗੇ ਉਹ ਕਹਿੰਦੇ ਨੇ ਐਸੋ ਰਾਮ ਰਾਏ ਅੰਤਰਜਾਮੀ। ਮੇਰਾ ਰੱਬ ਕਿਵੇਂ ਦਾ ਆਪ ਹੀ ਦੱਸ ਰਿਹਾ। ਐਸੋ ਰਾਮ ਰਾਏ ਅੰਤਰਜਾਮੀ ਜੈਸੇ ਦਰਪਨ ਮਾਹੇ ਬਦਨ ਪਰਵਾਨੀ ਬਸੈ ਘਟਾ ਘਟ। ਹਰੇਕ ਘਟ ਵਿੱਚ ਵਸਦਾ ਹੈ। ਲੀਪ ਨਾ ਛੀਪੈ ਨਿਰਲੇਪ, ਰਹਿੰਦਾ ਲੇਪ ਸ਼ੇਪ ਨਹੀਂ ਲੱਗਦੀ ਉਹਨੂੰ। ਬੰਧਨ ਮੁਕਤਾ, ਬੰਧਣਾ ਤੋਂ ਮੁਕਤ ਹੈ। ਜਾਤ ਨਾ ਦਿਸੈ, ਕੋਈ ਜਾਤ ਪਾਤ ਨਹੀਂ ਉਹਦੀ। ਕਹਿੰਦੇ ਪਾਣੀ ਮਾਹੇ ਦੇਖ ਮੁਖ ਜੈਸਾ ਨਾਮੇ ਕੋ ਸੁਆਮੀ ਬੀਠੁਲ ਐਸਾ। ਮੇਰਾ ਮਾਲਕ ਤਾਂ ਐਸਾ ਆ ਜਿਵੇਂ ਪਾਣੀ ਵਿੱਚ ਮੁਖ ਵੇਖੀਏ ਤੇ ਉਹਦਾ ਅਕਸ ਪੈ ਰਿਹਾ ਹੈ, ਸਾਰਿਆਂ ਵਿੱਚ ਵਸਦਾ ਹੋਇਆ ਵੀ, ਸਾਰਿਆਂ ਤੋਂ ਬਾਹਰ ਵੀ ਹੈ ਤੇ ਅੰਦਰ ਵੀ ਹੈ। ਫਿਰ ਆਪਾਂ ਇੱਕ ਉਹਨਾਂ ਦਾ ਬਚਨ ਪੜ੍ਹਦੇ ਹਾਂ। ਕਹਿੰਦੇ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੂਝੈ ਕੋਈ। ਤੇ ਕੀ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਕਹਿੰਦੇ ਉਹਦੇ ਤੋਂ ਬਗੈਰ ਹੈ ਹੀ ਕੋਈ ਨਹੀਂ। ਫਿਰ ਜੇ ਅਸੀਂ ਇਹ ਸਮਝਣਾ ਹੋਵੇ ਵੀ ਭਗਤ ਨਾਮਦੇਵ ਜੀ ਕੰਮ ਕੀ ਕਰਦੇ ਸਨ, ਤਾਂ ਉਹਨਾਂ ਜਿਹੜੀ ਕਿਰਤ ਕੀਤੀ ਆ, ਉਹਨਾਂ ਦੀ ਪਾਵਨ ਬਾਣੀ ਦੇ ਵਿੱਚੋਂ ਸਾਨੂੰ ਇਹ ਬਚਨ ਲੱਭਦੇ ਆ। ਉਹ ਕਹਿੰਦੇ ਆ ਕਿ ਮਨ ਮੇਰੋ ਗਜ ਜੇਬਾ ਮੇਰੀ ਕਾਤੀ ਮੱਪ ਮੱਪ ਕਾਟੋਂ ਜਮ ਕੀ ਫਾਸੀ। ਗਜ, ਕਾਤੀ ਕਹਿੰਦੇ ਕੈਂਚੀ ਨੂੰ। ਮਨ ਮੇਰੋ ਗਜ ਜੇਬਾ ਮੇਰੀ ਕਾਤੀ ਮੱਪ ਮੱਪ ਕਾਟੋਂ ਜਮ ਕੀ ਫਾਸੀ। ਕਹਾ ਕਰੋ ਜਾਤੀ ਕਹਿ ਕਰੋ ਪਾਤੀ ਰਾਮ ਕੋ ਨਾਮ ਜਪੋਂ ਦਿਨ ਰਾਤੀ। ਰਾਂਗਣ ਰਾਂਗੋਂ ਸੀਵਣ ਸੀਵੋਂ ਰਾਮ ਨਾਮ ਬਿਨ ਕਰੀ ਨਾ ਜੀਵੋਂ। ਭਗਤ ਕਰੋ ਹਰ ਕੇ ਗੁਣ ਗਾਵੋਂ ਗੁਰ ਪ੍ਰਸਾਦ ਨਿਰੰਜਨ ਪਾਵ। ਅਖੀਰ ਤੇ ਕਹਿੰਦੇ ਸੋਨੇ ਕੀ ਸੂਈ ਰੁਪਏ ਕਾ ਧਾਗਾ ਨਾਮੇ ਕਾ ਚਿੱਤ ਹਰ ਸਿਉ ਲਾਗਾ। ਕਹਿੰਦੇ ਮੈਂ ਇਸ ਸੂਈ ਰਾਹੀਂ ਵੀ, ਫਿਰ ਮੈਂ ਸ਼ਬਦ ਨੂੰ ਸੂਈ ਬਣਾਇਆ, ਉਹਦੇ ਵਿੱਚ ਸੁਰਤ ਦਾ ਧਾਗਾ ਪਾਇਆ। ਜਿਵੇਂ ਇਹਨਾਂ ਕੱਪੜਿਆਂ ਨੂੰ ਮੈਂ ਜੋੜਦਾ ਹਾਂ, ਇਸ ਤਰ੍ਹਾਂ ਉਸ ਪਰਮੇਸ਼ਰ ਦੇ ਨਾਲ ਆਪਣੀ ਸੁਰਤ ਨੂੰ ਜੋੜਦਾ ਹਾਂ। ਉਹਦੀ ਅਰਾਧਨਾ, ਉਹਦੀ ਇਬਾਦਤ, ਉਹਦੀ ਬੰਦਗੀ ਵਿੱਚ ਮੈਂ ਜੁੜਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਆ, ਜਿਹਨੂੰ ਲੋਕ ਅੱਧੀ ਕੌਡੀ ਦਾ ਕਹਿੰਦੇ ਸਨ, ਕਹਿੰਦੇ ਉਹ ਲੱਖਾਂ ਦਾ ਹੋ ਗਿਆ, ਉਹਦੀ ਤਾਂ ਕੀਮਤ ਹੀ ਕੋਈ ਨਹੀਂ ਪਾ ਸਕਦਾ। ਤੇ ਬਚਨ ਵਰਤਿਆ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ ਆਂਟ ਦਾਮ ਕੋ ਛਿਪਰੋ ਹੋਇਓ ਲਾਖੀਣਾ। ਲੱਖਾਂ ਦਾ ਹੋ ਗਿਆ,
ਔਰ ਉਹਦੀ ਤਾਂ ਕੀਮਤ ਨਹੀਂ ਪਾਈ ਜਾ ਸਕਦੀ, ਪਰ ਕਿਵੇਂ? ਕਹਿੰਦੇ ਉਸ ਮਾਲਕ ਦੀ ਇਬਾਦਤ ਨਾਲ ਜੁੜ ਕੇ, ਉਹਦੀ ਬੰਦਗੀ ਨਾਲ ਜੁੜ ਕੇ। ਔਰ ਜੇ ਉਹਨਾਂ ਨੇ ਜਦੋਂ ਕਰਮ ਕਾਂਡਾਂ ਦੀ ਗੱਲ ਕੀਤੀ ਤਾਂ ਭਗਤ ਨਾਮਦੇਵ ਜੀ ਹੁਣਾਂ ਦਾ ਇੱਕ ਬੜਾ ਪਿਆਰਾ ਸ਼ਬਦ ਆ, ਉਹ ਕਹਿੰਦੇ ਆ, ਬਨਾਰਸੀ ਤਪ ਕਰੈ ਉਲਟ, ਉਲਟਾ ਲਟਕ ਕੇ ਤਪ ਕਰਦਾ, ਇੱਥੇ ਵਿਸ਼ਰਾਮ ਹੈ। ਬਨਾਰਸੀ ਤਪ ਕਰੈ ਉਲਟ, ਤੀਰਥ ਮਰੈ, ਤੀਰਥ ਤੇ ਆਪਣੀ ਜਿੰਦ ਛੱਡ ਦੇਵੇ। ਅਗਣ ਦਹਿ ਕਾਇਆ ਕਲਪ ਕੀਜੈ, ਕਹਿੰਦੇ ਇਹੋ ਜਿਹਾ ਕੁਝ ਕਰ ਲਵੇ, ਸੋਨਾ ਗਰਭ ਦਾਨ ਦੀਜੈ, ਪਰ ਕਹਿੰਦੇ ਇੰਨਾ ਕੁਝ ਕਰਨ ਦੇ ਬਾਅਦ ਵੀ ਰਾਮ ਨਾਮ ਸਰ ਤਉ ਨਾ ਪੂਜੈ। ਤੇ ਕੀ ਆਖਿਆ? ਕਹਿੰਦੇ ਛੋੜ ਛੋੜ ਰੇ ਪਾਖੰਡੀ, ਕਹਿੰਦੇ ਛੋੜ ਛੋੜ ਰੇ ਪਾਖੰਡੀ ਮਨ ਕਪਟ ਨਾ ਕੀਜੈ, ਹਰ ਕਾ ਨਾਮ ਨਿਤੈ ਨਿਤ ਨਿਤੈ ਲੀਜੈ, ਹਰ ਕਾ ਨਾਮ ਨਿਤ ਨਿਤੈ ਲੀਜੈ, ਹਰੀ ਦਾ ਨਾਮ ਲੈ ਇਹਨਾਂ ਕਰਮ ਕਾਂਡਾਂ ਚੋਂ ਬਾਹਰ ਨਿਕਲ, ਉਹਦੀ ਆਰਾਧਨਾ। ਤੇ ਭਗਤ ਕਬੀਰ ਜੀ ਜ਼ਿਕਰ ਕਰਦਿਆਂ ਕਹਿੰਦੇ ਭਗਤ ਤਰਲੋਚਨ ਤੇ ਭਗਤ ਨਾਮਦੇਵ ਜੀ ਦਾ ਸੰਵਾਦ, ਕਿਉਂਕਿ ਭਗਤ ਤਰਲੋਚਨ ਜੀ ਨੂੰ ਰੰਗ ਨਾਮਦੇਵ ਜੀ ਤੋਂ ਲੱਗਾ ਤੇ ਬਚਨ ਵਰਤਦੇ ਆ, ਕਹਿੰਦੇ ਨਾਮਾ ਮਾਇਆ ਮੋਹਿਆ ਕਹਿ ਲੋਚਨ ਮੀਤ, ਕਾਹੇ ਛੀਪੋ ਛਾਇ ਲੈ ਰਾਮ ਨਾ ਲਾਵੋ ਚੀਤ। ਤੇ ਭਗਤ ਨਾਮਦੇਵ ਜੀ ਉੱਤਰ ਸੀ, ਨਾਮਾ ਕਹਿ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਔਰ ਉਹ ਕਿਵੇਂ ਕਰਨਾ ਹੈ? ਉਹ ਸ਼ਬਦ ਪੜ੍ਹ ਲਓ, ਆਨੀ ਲੈ ਕੁੰਭ ਭਰਾਈ ਲੈ ਉਦਕ, ਰਾਜਕੁਆਰ ਪੁਰੰਦਰੀਏ ਹਸਤ ਵਿਨੋਦ ਵਿਚਾਰ ਕਰਤੀ ਹੈ, ਚੀਤ ਸੋ ਗਾਗਰ ਰਾਖੀ ਲੈ। ਕਿਰਤ ਵਿਰਤ ਕਰਦਿਆਂ ਉਹਦੇ ਵਿੱਚ ਧਿਆਨ ਕਰਨਾ। ਇਹ ਭਗਤ ਨਾਮਦੇਵ ਜੀ ਸਾਨੂੰ ਕਰਮ ਕਾਂਡਾਂ ਤੋਂ ਹਟਾਉਂਦੇ, ਉੱਥੇ ਸਾਨੂੰ ਪਰਮੇਸ਼ਰ ਦਾ ਪਤਾ ਦਿੰਦੇ, ਉੱਥੇ ਨਾਲ ਜਾਤ ਬਿਮਾਨੀਆਂ ਦੇ ਹੋਂ ਨੂੰ ਭੰਨ ਕੇ ਰੱਬ ਕੈਸੀ ਖੇਡ ਵਰਤਾਉਂਦਾ ਹੈ। ਵੱਡੇ ਵੱਡੇ ਬਾਦਸ਼ਾਹ ਮੁਹੰਮਦ ਬਿਨ ਤੁਗਲਕ ਵਰਗੇ ਵੀ ਉਹਨਾਂ ਅੱਗੇ ਹੱਥ ਜੋੜ ਜਾਂਦੇ ਆ। ਇਹ ਹੈ ਭਗਤੀ, ਇਹ ਹੈ ਆਰਾਧਨਾ। ਤੋਂ ਭਗਤ ਨਾਮਦੇਵ ਜੀ ਹੁਣਾਂ ਦੇ ਚਰਨਾਂ ਵਿੱਚ ਨਮਸਕਾਰ ਹੈ। ਉਹਨਾਂ ਦਾ ਉਪਦੇਸ਼ ਬਾਣੀ ਸਾਡੇ ਹਿਰਦੇ ਦਾ ਸ਼ਿੰਗਾਰ ਬਣੇ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਆਂ ਕਥਾ ਕਹਾਣੀਆਂ